ਸਤਿ ਸ੍ਰੀ ਅਕਾਲ। ਆਦਤਾਂ ਦੇ ਪਿੰਜਰੇ ਤੋਂ ਬਾਹਰ ਨਿਕਲਣ ਲਈ ਆਪਣੇ ਵਿਚਾਰਾਂ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ। ਡਿੱਠਿਆਂ ਮੁਕਤ ਨਾ ਹੋਵੇ, ਜਿਕਣ ਸ਼ਬਦ ਨਾ ਕਰੇ ਵਿਚਾਰ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇਹ ਦੁਨੀਆ ਤਾਂ ਵਿਚਾਰਵਾਨਾਂ ਦੀ ਹੈ। ਵਿਚਾਰਹੀਨ ਤਾਂ ਧਰਤੀ ਉੱਤੇ ਭਾਰ ਹੀ ਬਣਦੇ ਹਨ। ਜਿਸ ਤਰ੍ਹਾਂ ਬਲਵਾਨ ਅਤੇ ਬਲਹੀਨ ਦਾ ਫਰਕ ਸਾਫ਼ ਹੈ, ਇਸੇ ਤਰ੍ਹਾਂ ਜਿਹੜੇ ਵਿਅਕਤੀ ਮਾੜੇ ਔਖੇ ਹਾਲਤਾਂ ਵਿੱਚ ਵੀ ਸਰਬੱਤ ਦੇ ਭਲੇ ਦੀ ਹੀ ਸੋਚ ਵਿਚਾਰ ਕਰਦੇ ਹਨ, ਉਸ ਨੂੰ ਵਿਚਾਰਵਾਨ ਵਿਅਕਤੀ ਕਹਿੰਦੇ ਹਨ। ਅਤੇ ਜੋ ਇਸ ਦੇ ਉਲਟ, ਜਿਹੜਾ ਬਿਪਤਾ ਵਿੱਚ ਹਾਲਾਤਾਂ ਦੇ ਨਾਲ ਹਿੱਲ ਜਾਂਦਾ ਹੈ, ਅਲਬੇਲੇਪਨ ਅਤੇ ਪ੍ਰਵਾਹੀ ਕਾਰਨ ਆਪਣੇ ਚੰਗੇ ਵਿਚਾਰਾਂ ਨੂੰ ਤਿਆਗ ਦਿੰਦਾ ਹੈ, ਭੁਲਾ ਦਿੰਦਾ ਜਾਂ ਢਿੱਲਾ ਕਰ ਦਿੰਦਾ ਹੈ, ਉਹ ਹੈ ਵਿਚਾਰਹੀਨ। ਵਿਚਾਰਾਂ ਦੀ ਦ੍ਰਿੜਤਾ ਉੱਪਰ ਜੀਵਨ ਦੀ ਉੱਨਤੀ ਨਿਰਭਰ ਹੈ। ਮਜ਼ਬੂਤ ਵਿਚਾਰਾਂ ਵਾਲੇ ਦੀ ਮੰਜ਼ਿਲ 'ਤੇ ਪਹੁੰਚਣ ਦੀ ਰਫ਼ਤਾਰ ਵੀ ਤੇਜ਼ ਹੁੰਦੀ ਹੈ ਅਤੇ ਵਿਚਾਰਾਂ ਵਿੱਚ ਢਿੱਲਾਪਨ ਆਉਣੇ ਕਾਰਨ ਰਫ਼ਤਾਰ ਵੀ ਲਿੰਗੜਾਉਂਦੀ ਹੈ, ਲੜਖੜਾਉਂਦੀ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕੋਈ ਜ਼ਬਰਦਸਤੀ ਘਸੀਟ ਰਿਹਾ ਹੋਵੇ। ਜਿਹੜਾ ਆਪਣੇ ਲਕਸ਼ ਉੱਤੇ ਮਨ ਨੂੰ ਟਿਕਾਉਂਦਾ ਨਹੀਂ, ਵਾਰ-ਵਾਰ ਆਪਣੇ ਲਕਸ਼ ਦਾ ਸਮਰਨ ਕਰਦਾ ਨਹੀਂ, ਤਾਂ ਸਾਡਾ ਮਨ ਇਹ ਸਮਝਣ ਲੱਗ ਜਾਂਦਾ ਹੈ ਕਿ ਸ਼ਾਇਦ ਇਹ ਕੋਈ ਮਹੱਤਵਪੂਰਨ ਨਹੀਂ ਹੈ, ਇਸ ਲਈ ਇੱਧਰ ਉੱਧਰ ਖਿਸਕ ਜਾਂਦਾ ਹੈ। ਦੂਸਰੀ ਗੱਲ ਇਹ ਹੈ, ਮਨ ਦੇ ਸਾਹਮਣੇ ਦੋ ਗੱਲਾਂ ਹੁੰਦੀਆਂ ਹਨ। ਇੱਕ ਤਾਂ ਉਹ ਲਕਸ਼ ਦੀ ਤਰਫ ਜਾਂਦਾ ਹੈ, ਦੂਸਰਾ ਇੰਦਰੀਆਂ ਦੇ ਰਸਾਂ ਵਿੱਚ ਭਟਕਦਾ ਹੈ। ਜਦੋਂ ਮਨ ਇੰਦਰੀਆਂ ਦੇ ਰਸਾਂ ਵੱਲ ਦੌੜਦਾ ਹੈ ਤਾਂ ਅੱਖਾਂ ਦਾ ਰਸ, ਰੰਗ ਰੂਪ ਦਾ ਰਸ, ਟੱਚਿੰਗ, ਫੀਲਿੰਗ ਦੇ ਝੂਠੇ ਆਕਰਸ਼ਣਾਂ ਵਿੱਚ ਫਸ ਕੇ ਲਕਸ਼ ਨੂੰ ਭੁਲਾ ਦਿੰਦਾ ਹੈ। ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕਰਕੇ ਹੀ ਲਕਸ਼ ਨੂੰ ਮੁੱਖ ਰੱਖਿਆ ਜਾ ਸਕਦਾ ਹੈ। ਜੋ ਵਿਗੜੇ ਹੋਏ ਹਾਲਤਾਂ ਨੂੰ ਸਹਿਣ ਨਹੀਂ ਕਰ ਪਾਉਂਦਾ, ਉਹ ਵੀ ਲਕਸ਼ ਤੋਂ ਉੱਕ ਜਾਂਦਾ ਹੈ। ਵਿਚਾਰਵਾਨ ਦਾ ਅਰਥ ਹੈ ਦ੍ਰਿੜ ਇੱਛਾ ਸ਼ਕਤੀ ਵਾਲਾ। ਦ੍ਰਿੜਤਾ ਅਤੇ ਜਿੱਦ ਵਿੱਚ ਅੰਤਰ ਹੈ। ਦ੍ਰਿੜਤਾ ਸਫਲਤਾ ਦਾ ਆਧਾਰ ਹੈ। ਜਿੱਦੀ ਕਦੇ ਸਿੱਧੀ ਅਤੇ ਪ੍ਰਸਿੱਧੀ ਨਹੀਂ ਪਾ ਸਕਦਾ। ਜਿੱਦ ਦੇ ਪਿੱਛੇ ਵਿਅਕਤੀ ਦੇ ਪਿਛਲੇ ਜਨਮਾਂ ਦਾ ਸੰਸਕਾਰ, ਮੈਂਪਨ ਆਦਿ ਦਾ ਸਵਾਰਥ ਵੀ ਹੁੰਦਾ ਹੈ। ਉਹ ਸੰਸਕਾਰ ਉਸ ਨੂੰ ਜਿੱਦੀ ਬਣਾਉਂਦਾ ਹੈ। ਉਹ ਗਲਤ ਨਤੀਜਿਆਂ ਨੂੰ ਨਜ਼ਰਅੰਦਾਜ਼ ਕਰਕੇ ਵੀ ਆਪਣੀ ਗੱਲ, ਆਪਣੇ ਵਿਚਾਰ, ਆਪਣੀ ਦ੍ਰਿਸ਼ਟੀਕੋਣ ਨੂੰ ਉੱਪਰ ਰੱਖਦਾ ਹੈ। ਜੇ ਕੋਈ ਉਸ ਨੂੰ ਰੋਕਦਾ ਹੈ ਤਾਂ ਉਹ ਕ੍ਰੋਧ ਕਰਦਾ ਹੈ, ਦੁਸ਼ਮਣੀ ਕਰਦਾ ਹੈ। ਇਸ ਪ੍ਰਕਾਰ ਉਹ ਨੈਗੇਟਿਵਿਟੀ ਦੇ ਵਸ਼ੀਭੂਤ ਹੁੰਦਾ ਹੈ। ਜੇਕਰ ਕਿਸੇ ਦੇ ਹੱਥ ਵਿੱਚ ਪਾਵਰ ਆ ਜਾਵੇ ਤੇ ਉਹ ਵਿਅਕਤੀ ਜਿੱਦੀ ਹੋਵੇ, ਫਿਰ ਤਾਂ ਉਸ ਦੀ ਜਿੱਦ ਦਾ ਨਤੀਜਾ ਬਹੁਤਿਆਂ ਨੂੰ ਭੁਗਤਣਾ ਪੈਂਦਾ ਹੈ ਤੇ ਉਸ ਦੇ ਨਤੀਜੇ ਵੀ ਬਹੁਤ ਭਿਅੰਕਰ ਹੋ ਜਾਂਦੇ ਹਨ। ਜਿੱਦੀ ਦੀ ਬਜਾਏ ਦ੍ਰਿੜਤਾ ਵਾਲਾ ਆਪਣੇ ਹਿਰਦੇ ਦੀ ਪਵਿੱਤਰ ਭਾਵਨਾਵਾਂ ਦੇ ਸਹਾਰੇ ਅੱਗੇ ਵੱਧਦਾ ਰਹਿੰਦਾ ਹੈ। ਕਿਸੇ ਲਈ ਕੋਈ ਵੀ ਨੈਗੇਟਿਵ ਭਾਵ ਨਾ ਰੱਖ ਕੇ ਉਹ ਸਿਰਫ ਲਕਸ਼ ਨੂੰ ਸਾਹਮਣੇ ਰੱਖ ਕੇ ਚੱਲਦਾ ਜਾਂਦਾ ਹੈ। ਜੇਕਰ ਕੋਈ ਉਸ ਦੇ ਰਸਤੇ ਦਾ ਰੋੜਾ ਵੀ ਬਣਦਾ ਹੈ ਤਾਂ ਉਸ ਨੂੰ ਕ੍ਰੋਧ ਆਉਂਦਾ ਹੈ। ਨਾ ਉਸ ਨੂੰ ਕ੍ਰੋਧ ਆਉਂਦਾ ਹੈ, ਨਾ ਉਹ ਹਿਚਕਿਚਾਉਂਦਾ ਹੈ, ਨਾ ਰੁਕਦਾ ਹੈ, ਪਰ ਰੋੜਾ ਬਣਨ ਵਾਲੇ ਦੇ ਪ੍ਰਤੀ ਰਹਿਮ ਭਾਵ ਰੱਖ ਕੇ ਉਸ ਨੂੰ ਵੀ ਸਾਥੀ ਅਤੇ ਸਹਿਯੋਗੀ ਬਣਾ ਲੈਂਦਾ ਹੈ। ਅੰਤ ਵਿੱਚ ਦ੍ਰਿੜਤਾ ਦੀ ਸ਼ਕਤੀ ਨਾਲ ਉਹ ਜਿੱਤ ਜਾਂਦਾ ਹੈ ਅਤੇ ਜਿੱਦ ਕਰਨ ਵਾਲਾ ਹਾਰ ਜਾਂਦਾ ਹੈ। ਮੁੱਠੀ ਭਰ ਵਿਚਾਰਵਾਨ ਲੋਕ, ਜਿਨ੍ਹਾਂ ਦੀ ਆਪਣੇ ਲਕਸ਼ ਵਿੱਚ ਦ੍ਰਿੜ ਆਸਥਾ ਹੈ, ਇਤਿਹਾਸ ਦੀ ਧਾਰਾ ਨੂੰ ਬਦਲ ਸਕਦੇ ਹਨ। ਸਾਡੇ ਸਾਹਮਣੇ ਇੱਕ ਬਹੁਤ ਬੜੀ ਮੰਜ਼ਿਲ ਹੈ। ਪਹਿਲਾਂ ਆਪਣੇ ਆਪ ਨੂੰ ਵਿਕਾਰਾਂ ਤੋਂ ਆਜ਼ਾਦ ਕਰਨਾ ਹੈ। ਇੱਕ ਵਾਰੀ ਇੱਕ ਕਿਸਾਨ ਦੇ ਗੋਦਾਮ ਵਿੱਚ ਬਹੁਤ ਸਾਰੇ ਚੂਹੇ ਆ ਗਏ ਅਤੇ ਜੋ ਅੰਨ ਨੂੰ ਖਰਾਬ ਕਰਨ ਲੱਗ ਗਏ। ਕਿਸਾਨ ਨੇ ਲੋਹੇ ਦਾ ਇੱਕ ਬਹੁਤ ਵੱਡਾ ਪਿੰਜਰਾ ਬਣਾਇਆ। ਉਸ ਵਿੱਚ ਚੂਹੇ ਫਸਣ ਲੱਗ ਗਏ। ਇੱਕ ਦਿਨ ਇੱਕ ਬਹੁਤ ਮੋਟਾ ਚੂਹਾ ਫਸ ਗਿਆ। ਉਸ ਨੂੰ ਬਹੁਤ ਬੁਰਾ ਲੱਗਿਆ ਕਿ ਮੈਂ ਤਾਂ ਬੰਧਨ ਵਿੱਚ ਵੱਜ ਗਿਆ ਹਾਂ। ਉਸ ਨੇ ਬਹੁਤ ਉਛਲ-ਕੱਦ ਕੀਤੀ। ਇਸ ਨਾਲ ਪਿੰਜਰਾ ਖਿਸਕਣ ਲੱਗ ਪਿਆ। ਉਸ ਨੂੰ ਲੱਗਿਆ ਕਿ ਮੈਂ ਪਿੰਜਰੇ ਨੂੰ ਖਿਸਕਾਉਂਦਾ ਬਾਹਰ ਲੈ ਕੇ ਜਾ ਸਕਦਾ ਹਾਂ ਅਤੇ ਸੱਚਮੁੱਚ ਉਹ ਗੋਦਾਮ ਵਿੱਚੋਂ ਬਾਹਰ ਜੰਗਲ ਵਿੱਚ ਆ ਗਿਆ। ਉਸ ਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਗੋਦਾਮ ਦੇ ਬੰਧਨ ਤੋਂ ਛੁੱਟ ਗਿਆ। ਗੋਦਾਮ ਤੋਂ ਤਾਂ ਬਾਹਰ ਆ ਗਿਆ, ਪਰ ਪਿੰਜਰੇ ਵਿੱਚ ਤਾਂ ਹਜੇ ਵੀ ਸੀ। ਅਸੀਂ ਵੀ ਪੈਸੇ ਤਾਂ ਬਹੁਤ ਕਮਾ ਲਏ, ਕਾਰਾਂ, ਵੱਡੇ ਵੱਡੇ ਘਰ ਵੀ ਖਰੀਦ ਲਏ, ਪਰ ਪਿੰਜਰੇ ਵਿੱਚ ਤਾਂ ਹਜੇ ਵੀ ਹਾਂ। ਆਪਣੇ ਕਮਜ਼ੋਰ ਸੰਸਕਾਰ, ਆਦਤਾਂ ਦਾ ਪਿੰਜਰਾ, ਜਿੱਦੀ ਸੁਭਾਅ, ਮੈਂ ਮੇਰੀ ਦਾ ਪਿੰਜਰਾ
ਇਹਨਾਂ ਪਿੰਜਰਿਆਂ ਦਾ ਬੰਧਨ ਦਿਸਦਾ ਨਹੀਂ, ਇਹ ਬਹੁਤ ਸੂਖਸ਼ਮ ਹੈ। ਇਸ ਪਿੰਜਰੇ ਤੋਂ ਬਾਹਰ ਆਉਣ ਲਈ ਦ੍ਰਿੜ ਸੰਕਲਪ ਸ਼ਕਤੀ ਚਾਹੀਦੀ ਹੈ। ਇਸ ਲਈ ਪਹਿਲਾਂ ਆਪਣੀ ਚੈਕਿੰਗ ਕਰਨੀ ਹੈ, ਫਿਰ ਆਪਣੇ ਆਪ ਨੂੰ ਬਦਲਣਾ ਹੈ। ਆਪਣੇ ਆਪ ਨੂੰ ਬਦਲਣ ਲਈ ਚਾਹੀਦਾ ਹੈ ਆਪਣੇ ਮਨ ਦਾ ਰਾਜਾ ਬਣਨਾ। ਮਨ ਫਿਸਣ ਲੱਗੇ ਤਾਂ ਇਸ ਨੂੰ ਰੋਕੋ, ਬਾਰ-ਬਾਰ ਦੇਖੋ, ਚੈੱਕ ਕਰੋ ਮਨ ਕਿੱਥੇ ਗਿਆ। ਦੇਖੋ ਕਿ ਮੈਂ ਸੰਕਲਪ ਕੀ ਕੀਤਾ ਸੀ, ਫਿਰ ਮਨ ਢਿੱਲਾ ਕਿੱਦਾਂ ਪੈ ਗਿਆ। ਜਿਸ ਤਰ੍ਹਾਂ ਨਵੇਂ ਡਰਾਈਵਰ ਨੂੰ ਕਾਰ ਚਲਾਉਣ ਵੱਲ ਜਿਸ ਤਰ੍ਹਾਂ ਨਵਾਂ ਡਰਾਈਵਰ ਕਾਰ ਚਲਾਉਣ ਵੱਲ ਧਿਆਨ ਰੱਖਦਾ ਹੈ ਕਿ ਕਾਰ ਮੈਂ ਸੜਕ 'ਤੇ ਚਲਾ ਰਿਹਾ ਹਾਂ, ਇਹ ਸੜਕ ਤੋਂ ਥੱਲੇ ਕਿੱਦਾਂ ਉਤਰ ਗਈ, ਉਹ ਉਸ ਨੂੰ ਫਿਰ ਸੜਕ 'ਤੇ ਲਿਆਵੇਗਾ। ਗੱਡੀ ਫਿਰ ਘਾਹ ਅਤੇ ਰੇਤ 'ਤੇ ਚਲੀ ਗਈ, ਫਿਰ ਸੜਕ 'ਤੇ ਲਿਆਵੇਗਾ। ਇਸ ਤਰ੍ਹਾਂ ਪ੍ਰੈਕਟਿਸ ਕਰਦੇ ਕਰਦੇ ਉਹ ਪ੍ਰੋਫੈਸ਼ਨਲ ਡਰਾਈਵਰ ਬਣ ਜਾਂਦਾ ਹੈ। ਮਨ ਵੀ ਇਸੇ ਤਰ੍ਹਾਂ ਹੈ। ਅਸੀਂ ਇਸ ਨੂੰ ਮੰਜ਼ਿਲ ਦੀ ਤਰਫ ਲੈ ਕੇ ਜਾਂਦੇ ਹਾਂ, ਇਹ ਫਿਰ ਫਿਸਲ ਜਾਂਦਾ ਹੈ। ਸਾਡਾ ਹਰ ਵੇਲੇ ਧਿਆਨ ਮਨ 'ਤੇ ਰਹਿਣਾ ਚਾਹੀਦਾ ਹੈ ਕਿ ਇਹ ਕੀ ਕਰਦਾ ਹੈ, ਕਿੱਥੇ ਚਲਾ ਗਿਆ ਹੈ, ਕਿਉਂ ਗਿਆ ਹੈ। ਕਰਮ ਇੰਦਰੀਆਂ ਦੀ ਆਦਤ ਹੈ, ਇਹ ਇੱਕ ਵਿਸ਼ੇ ਤੋਂ ਦੂਸਰੇ ਵਿਸ਼ੇ 'ਤੇ ਇੱਕ ਪਲ ਵਿੱਚ ਖਿਸਕ ਜਾਂਦੀਆਂ ਹਨ, ਪਰ ਇਹਨਾਂ ਨੂੰ ਮਨ ਸਿਖਾਉਂਦਾ ਹੈ। ਅਗਰ ਮਨ ਵੱਸ ਵਿੱਚ ਹੈ ਤਾਂ ਅੱਖ ਦੀ ਤਾਕਤ ਨਹੀਂ ਕਿਸੇ ਉੱਤੇ ਆਕਰਸ਼ਿਤ ਹੋਵੇ, ਪਰ ਮਨ ਪਿੱਛੇ ਬੈਠਾ ਕਹਿੰਦਾ ਹੈ ਇਸ ਨੂੰ ਦੇਖਦੇ ਹੀ ਰਹਿਣਾ, ਪਿੱਛੇ ਨਹੀਂ ਹਟਣਾ। ਨਾ ਤਾਂ ਅੱਖ ਨੂੰ ਮਨ ਦਾ ਸਹਿਯੋਗ ਮਿਲ ਜਾਂਦਾ ਹੈ। ਆਤਮਾ ਜਦੋਂ ਕਹਿੰਦੀ ਹੈ ਕਿ ਇੱਧਰੋਂ ਹਟੋ, ਇਹ ਗਲਤ ਹੈ, ਤਾਂ ਵੀ ਅੱਖ ਮੰਨਦੀ ਨਹੀਂ, ਕਿਉਂਕਿ ਮਨ ਦੀ ਆਕਰਸ਼ਣ ਹੈ। ਤਾਂ ਆਤਮਾ ਪਹਿਲਾਂ ਮਨ ਨੂੰ ਹਟਾਵੇ, ਮਨ ਨੂੰ ਯਾਦ ਕਰਾਓ ਅੱਖਾਂ ਕਿਸ ਕੰਮ ਲਈ ਮਿਲੀਆਂ ਹਨ। ਫਰੀਦ ਜੀ ਕਹਿੰਦੇ ਹਨ, ਇਹ ਦੋ ਨੈਣਾ ਮਤ ਛੂਇਓ, ਮੈਨੂੰ ਪਿਆ ਮਿਲਣ ਕਾ ਚਾਓ। ਸੰਕਲਪ ਨੂੰ ਮੋੜੋ, ਸੰਕਲਪ ਨੂੰ ਬਚਾਓ। ਸੰਕਲਪ ਵਿਅਰਥ ਗਿਆ ਤਾਂ ਸਾਰੀ ਸ਼ਕਤੀ ਵਿਅਰਥ ਚਲੀ ਜਾਵੇਗੀ। ਅੱਜ ਦੀ ਕਹਾਣੀ ਹੈ, ਇੱਕ ਅਫਰੀਕੀ ਵਿਜ਼ਟਰ ਇਸ ਤਰ੍ਹਾਂ ਦੇ ਸ਼ਹਿਰ ਵਿੱਚ ਆਇਆ ਜਿਹੜਾ ਉਧਾਰ ਵਿੱਚ ਡੁੱਬਿਆ ਹੋਇਆ ਸੀ। ਵਿਜ਼ਟਰ ਨੇ 1000 ਰੁਪਈਆ ਹੋਟਲ ਦੇ ਕਾਊਂਟਰ 'ਤੇ ਰੱਖਿਆ ਅਤੇ ਕਿਹਾ, ਮੈਂ ਕਮਰਾ ਪਸੰਦ ਕਰਕੇ ਵਾਪਸ ਆਉਂਦਾ ਹਾਂ। ਉਸ ਹੋਟਲ ਵਿੱਚ ਛੋਟਾ ਜਿਹਾ ਰੈਸਟੋਰੈਂਟ ਵੀ ਸੀ। ਹੋਟਲ ਦੇ ਮਾਲਕ ਨੇ ਉਹ 1000 ਰੁਪਇਆ ਚੁੱਕਿਆ ਅਤੇ ਘਿਓ ਵਾਲੇ ਕੋਲ ਜਾ ਕੇ 1000 ਰੁਪਏ ਦੇ ਘਿਓ ਦਾ ਹਿਸਾਬ ਕਰਾ ਦਿੱਤਾ। ਘਿਓ ਵਾਲਾ ਦੌੜਾ ਦੁੱਧ ਵਾਲੇ ਦੇ ਕੋਲ, 1000 ਰੁਪਈਆ ਦੇ ਕੇ ਦੁੱਧ ਦਾ ਹਿਸਾਬ ਚੁਕਾ ਦਿੱਤਾ। ਦੁੱਧ ਵਾਲਾ ਦੌੜਾ ਗਾਂ ਵਾਲੇ ਦੇ ਕੋਲ ਅਤੇ ਗਾਂ ਵਾਲੇ ਨੂੰ 1000 ਰੁਪਈਆ ਦੇ ਕੇ ਦੁੱਧ ਦਾ ਹਿਸਾਬ ਚੁਕਾ ਦਿੱਤਾ। ਗਾਂ ਵਾਲਾ ਦੌੜਿਆ ਪੀੜੇ ਵਾਲੇ ਕੋਲ ਅਤੇ ਗਾਂ ਦੇ ਚਾਰੇ ਦੇ ਖਾਤੇ ਵਿੱਚ 1000 ਰੁਪਈਆ ਕਟਵਾ ਦਿੱਤਾ। ਚਾਰੇ ਵਾਲਾ ਗਿਆ ਉਸ ਹੋਟਲ ਵਾਲੇ ਕੋਲ, ਉਹ ਉੱਥੇ ਕਦੀ ਕਦੀ ਉਧਾਰ ਖਾਣਾ ਖਾਂਦਾ ਹੁੰਦਾ ਸੀ। ਹੋਟਲ ਵਾਲੇ ਨੂੰ ਉਹੀ 1000 ਰੁਪਈਆ ਦੇ ਕੇ ਆਪਣਾ ਉਧਾਰ ਚੁਕਤਾ ਕਰ ਦਿੱਤਾ। ਅਫਰੀਕੀ ਵਿਜ਼ਟਰ ਵਾਪਸ ਆਇਆ ਅਤੇ ਇਹ ਕਹਿ ਕੇ ਆਪਣਾ 1000 ਰੁਪਈਆ ਲੈ ਗਿਆ ਅਤੇ ਕਿਹਾ ਕਿ ਉਸ ਨੂੰ ਕੋਈ ਕਮਰਾ ਪਸੰਦ ਨਹੀਂ ਆਇਆ। ਨਾ ਕਿਸੇ ਨੇ ਕੁਝ ਲਿਆ ਅਤੇ ਨਾ ਕਿਸੇ ਨੇ ਕੁਝ ਦਿੱਤਾ, ਸਭ ਦਾ ਹਿਸਾਬ ਚੁਕਤਾ। ਦੱਸੋ ਗੜਬੜ ਕਿੱਥੇ ਹੈ? ਗੜਬੜ ਤਾਂ ਕਿਤੇ ਵੀ ਨਹੀਂ ਹੈ, ਪਰ ਇਹ ਸਾਰਿਆਂ ਦੀ ਗਲਤ ਫਹਿਮੀ ਹੈ ਕਿ ਰੁਪਏ ਮੇਰੇ ਹਨ। ਖਾਲੀ ਹੱਥ ਆਏ ਸੀ, ਖਾਲੀ ਹੱਥ ਹੀ ਜਾਣਾ ਹੈ। ਜਰਾ ਗੌਰ ਨਾਲ ਇਸ ਗੱਲ 'ਤੇ ਵਿਚਾਰ ਕਰੋ ਅਤੇ ਜੀਵਨ ਦਾ ਸਹੀ ਰੂਪ ਵਿੱਚ ਆਨੰਦ ਲਵੋ। ਅਤੇ ਜੋ ਕਹਿੰਦੇ ਹਨ ਨੰਗੇ ਆਏ ਨੰਗੇ ਜਾਣਾ, ਉਹ ਕੱਪੜਿਆਂ ਦੀ ਗੱਲ ਨਹੀਂ ਹੈ ਕਿ ਸਰੀਰ ਕੱਪੜਿਆਂ ਤੋਂ ਬਗੈਰ ਆਇਆ ਅਤੇ ਕੱਪੜਿਆਂ ਤੋਂ ਬਗੈਰ ਹੀ ਜਾਵੇਗਾ। ਉੱਥੇ ਆਤਮਾ ਦੀ ਗੱਲ ਹੋ ਰਹੀ ਹੈ। ਜਦੋਂ ਮਾਂ 3 ਤੋਂ 4 ਮਹੀਨੇ ਤੱਕ ਗਰਭਵਤੀ ਹੁੰਦੀ ਹੈ ਤਾਂ ਆਤਮਾ ਬੱਚੇ ਦੇ ਸਰੀਰ ਵਿੱਚ ਪ੍ਰਵੇਸ਼ ਹੁੰਦੀ ਹੈ। ਮਾਤਾ ਦੇ ਗਰਭ ਵਿੱਚ ਜੋਤ ਰੱਖੀ ਤਾਂ ਤੂੰ ਜੱਗ ਵਿੱਚ ਆਇਆ। ਅਤੇ ਜਦੋਂ ਸਰੀਰ ਖਤਮ ਹੁੰਦਾ ਹੈ ਤਾਂ ਵੀ ਆਤਮਾ ਤੋਂ ਬਗੈਰ ਨੰਗਾ ਹੀ ਜਾਂਦਾ ਹੈ। ਸਤਿ ਸ੍ਰੀ ਅਕਾਲ।